ਹੈਲੋ, ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਅਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, +2 ਪੋਲੀਟੀਕਲ ਸਾਇੰਸ ਦਾ ਪੇਪਰ ਹੋ ਚੁੱਕਾ ਅਤੇ ਅਸੀਂ ਉਸ ਪੇਪਰ ਦਾ ਹੱਲ ਕਰਨ ਜਾ ਰਹੇ ਹਾਂ। ਅੱਜ ਫੁੱਲ ਟੈਸਟ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਨਵੇਂ ਪੈਟਰਨ ਵਿੱਚ ਪੇਪਰ ਆਇਆ ਵਾ ਅਤੇ ਆਓ ਆਪਾਂ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਕੁੱਲ 80 ਨੰਬਰਾਂ ਦਾ ਪੇਪਰ ਹੈ, 3 ਘੰਟੇ ਦਾ ਪੇਪਰ ਸੀ ਇਹ। ਸੋ ਭਾਗ ਊੜਾ ਦਾ ਜਿਹੜਾ ਪ੍ਰਸ਼ਨ ਸੀਗੇ, 1 ਨੰਬਰ ਦੇ ਜਿਹੜੇ ਕੁਐਸਚਨ ਸੀਗੇ ਭਾਗ ਊੜਾ ਵਾਲੇ MCQ ਕੁਐਸਚਨ ਸੀ। ਪਹਿਲਾ ਪ੍ਰਸ਼ਨ ਸੀਗਾ, ਰਾਜਨੀਤੀ ਪ੍ਰਣਾਲੀ ਮਨੁੱਖੀ ਸੰਬੰਧਾਂ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਹੱਦ ਤੱਕ ਸ਼ਕਤੀ, ਸ਼ਾਸਨ ਅਤੇ ਸੱਤਾ ਸ਼ਾਮਲ ਹੈ। ਇਹ ਕਥਨ ਕਿਸ ਦਾ ਹੈ? ਇਹ ਕਥਨ ਰਾਬਰਟ ਡਾਹਲ ਦਾ ਬੇਟਾ ਜੀ। ਦੂਜਾ ਪ੍ਰਸ਼ਨ, ਆਰਥਿਕ ਖੇਤਰ ਵਿੱਚ ਰਾਜ ਦੀ ਗੈਰ ਦਖਲਅੰਦਾਜ਼ੀ ਦੇ ਹੱਕ ਵਿੱਚ ਕੌਣ ਸਨ? ਪੁਰਾਤਨ ਉਦਾਰਵਾਦੀ ਜਿਹੜੇ ਨੇ ਉਹ ਲੈਜ਼ਰ-ਫੇਅਰ ਗੈਰ ਦਖਲਅੰਦਾਜ਼ੀ ਦੇ ਹੱਕ ਵਿੱਚ ਸਨ। ਤੀਜਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਮਾਰਕਸਵਾਦੀ ਸਿਧਾਂਤ ਨਹੀਂ ਹੈ? ਸੋ ਨਿੱਜੀ ਸੰਪਤੀ ਦੇ ਹੱਕ ਵਿੱਚ ਇਹ ਮਾਰਕਸਵਾਦੀ ਸਿਧਾਂਤ ਨਹੀਂ ਹੈ। ਭੌਤਿਕ ਦਵੰਦਵਾਦ, ਵਾਧੂ ਮੁੱਲ ਦਾ ਸਿਧਾਂਤ, ਰਾਜ ਰਹਿਤ ਅਤੇ ਵਰਗ ਰਹਿਤ, ਇਹ ਸਾਰੇ ਮਾਰਕਸਵਾਦੀ ਸਿਧਾਂਤ ਸਨ। ਸਿਰਫ ਨਿੱਜੀ ਸੰਪਤੀ ਨਹੀਂ ਸੀਗਾ। ਇਹੋ ਹੀ ਇਹਦਾ ਆਨਸਰ ਹੈ। ਚੌਥਾ ਪ੍ਰਸ਼ਨ, ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸਨ? ਗੋਪਾਲ ਕਿਸ਼ਨ ਗੋਖਲੇ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਸਨ। ਪੰਜਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਨੌਕਰਸ਼ਾਹੀ ਦਾ ਕਾਰਜ ਨਹੀਂ ਹੈ? ਦੇਸ਼ ਦੇ ਹੱਦਾਂ ਦੀ ਰਾਖੀ ਕਰਨਾ ਨੌਕਰਸ਼ਾਹੀ ਦਾ ਕਾਰਜ ਨਹੀਂ ਹੈ। ਬਾਕੀ ਮੰਤਰੀਆਂ ਨੂੰ ਸਲਾਹ ਮਸ਼ਵਰਾ ਦੇਣਾ, ਰਾਜ ਪ੍ਰਬੰਧ ਚਲਾਉਣਾ, ਲੋਕਾਂ ਦੀ ਸ਼ਿਕਾਇਤਾਂ ਸੁਣਨਾ, ਇਹ ਸਾਰੇ ਹੀ ਨੌਕਰਸ਼ਾਹੀ ਦੇ ਕੰਮ ਨੇ। ਸਿਰਫ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾ ਜਿਹੜਾ ਇਹ ਸੁਰੱਖਿਆ ਫੋਰਸਾਂ ਦਾ ਸੈਨਿਕ ਸੇਵਾਵਾਂ ਦਾ ਕੰਮ ਹੈ, ਨਾ ਕਿ ਅਸੈਨਿਕ ਸੇਵਾਵਾਂ। ਛੇਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਰਾਜਨੀਤਿਕ ਦਲਾਂ ਦਾ ਹੈ? ਚੋਣਾਂ ਲੜਨੀਆਂ, ਲੋਕਾਂ ਦੀ ਰਾਜਨੀਤਿਕ ਸਿੱਖਿਆ ਦੇਣਾ, ਸਰਕਾਰ ਬਣਾਉਣਾ ਜਾਂ ਉਪਰੋਕਤ ਸਾਰੇ। ਇਹ ਸਾਰੇ ਹੀ ਕੰਮ ਰਾਜਨੀਤਿਕ ਦਲ ਯਾਨੀ ਕਿ ਪੋਲੀਟੀਕਲ ਪਾਰਟੀਆਂ ਦੇ ਹਨ। ਸੱਤਵਾਂ ਪ੍ਰਸ਼ਨ, ਭਾਰਤ ਨੇ ਸੰਸਦੀ ਢਾਂਚਾ ਕਿਸ ਦੇਸ਼ ਤੋਂ ਲਿਆ? ਇਹ ਆਪਾਂ ਇੰਗਲੈਂਡ ਤੋਂ ਲਿਆ ਸੀ, ਸੰਸਦੀ ਸ਼ਾਸਨ ਪ੍ਰਣਾਲੀ। ਅੱਠਵਾਂ ਪ੍ਰਸ਼ਨ, ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਰਾਹੀਂ ਚੁਣੀ ਹੋਈ ਸਰਕਾਰ ਹੈ। ਇਹ ਕਥਨ ਕਿਸ ਦਾ ਹੈ? ਇਹ ਅਬਰਾਹਮ ਲਿੰਕਨ ਦਾ ਇਹ ਕਥਨ ਹੈ ਜੀ। ਨੈਕਸਟ ਹੈਗਾ 9ਵਾਂ ਪ੍ਰਸ਼ਨ, ਪੰਚਾਇਤੀ ਰਾਜ ਦੀਆਂ ਸੰਸਥਾਵਾਂ ਵਿੱਚ ਇਸਤਰੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ? ਇਹਦੇ ਲਈ ਇਸਤਰੀਆਂ ਲਈ 50% ਸੀਟਾਂ ਜਿਹੜੀਆਂ ਨੇ ਰਾਖਵੀਆਂ ਰੱਖੀਆਂ ਗਈਆਂ ਸਨ। ਜਦੋਂ ਇਹ ਪੰਚਾਇਤੀ ਰਾਜ ਬਣਿਆ ਵਾ ਉਦੋਂ 33% ਸੀ, ਬਾਅਦ ਵਿੱਚ ਇਸ ਨੂੰ 50% ਕਰਤਾ ਗਿਆ। ਪੰਜਾਬ ਰਾਜ ਐਕਟ ਜਿਹੜਾ 1994 'ਚ ਲਾਗੂ ਕੀਤਾ ਗਿਆ ਅਤੇ ਫਿਰ 2018 ਵਿੱਚ ਇਹ ਜਿਹੜਾ ਵਾ ਔਰਤਾਂ ਨੂੰ 50% ਸੀਟਾਂ ਰਾਖਵੇਂ ਰੱਖਣ ਦਾ ਕਾਨੂੰਨ ਪੰਜਾਬ 'ਚ ਖਾਸ ਤੌਰ 'ਤੇ ਬਣਾਇਆ ਗਿਆ ਸੀਗਾ। ਨੈਕਸਟ ਹੈਗਾ 10ਵਾਂ ਪ੍ਰਸ਼ਨ, ਹੇਠ ਲਿਖੇ ਵਿੱਚੋਂ ਕਿਹੜੀ ਸ਼ਹਿਰੀ ਲੋਕਤੰਤਰ ਦੀ ਸੰਸਥਾ ਨਹੀਂ ਹੈ? ਗ੍ਰਾਮ ਪੰਚਾਇਤ ਨਹੀਂ ਹੈ। ਗ੍ਰਾਮ ਪੰਚਾਇਤ ਸ਼ਹਿਰੀ ਸੰਸਥਾ ਨਹੀਂ ਹੈ, ਪਿੰਡ ਦੀ ਹੈ। ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪੰਚਾਇਤ ਤਿੰਨੇ ਸ਼ਹਿਰੀ ਸੰਸਥਾਵਾਂ ਨੇ। 9ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਦਲ UPA ਦੀ ਅਗਵਾਈ ਕਰ ਰਿਹਾ? UPA ਮਤਲਬ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ ਅਤੇ ਭਾਰਤੀ ਰਾਸ਼ਟਰੀ ਕਾਂਗਰਸ INC ਇੰਡੀਅਨ ਨੈਸ਼ਨਲ ਕਾਂਗਰਸ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਇੰਡੀਅਨ ਨੈਸ਼ਨਲ ਕਾਂਗਰਸ ਜਿਹੜਾ ਵਾ ਇਹ UPA ਦੀ ਅਗਵਾਈ ਕੀਤੀ ਇਹਨੇ। ਅਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ UPA ਦੀ ਅਗਵਾਈ ਅਧੀਨ। 12ਵਾਂ ਪ੍ਰਸ਼ਨ, ਭਾਰਤ ਵਿੱਚ ਰਹਿੰਦੇ ਹੋਏ ਤੁਸੀਂ ਕਿਸ ਸਮੱਸਿਆ ਨੂੰ ਭਾਰਤੀ ਲੋਕਤੰਤਰ ਲਈ ਖਤਰਾ ਮੰਨਦੇ ਹੋ? ਪੜ੍ਹੇ ਲਿਖੇ ਲੋਕ, ਨਿਰਪੱਖ ਜਨ ਸੰਚਾਰ, ਸੰਪਰਦਾਇਕਤਾ, ਜਾਤੀਵਾਦ ਅਤੇ ਧਰਮ ਨਿਰਪੱਖ ਨਿਆਂਪਾਲਿਕਾ। ਸੋ ਸੰਪਰਦਾਇਕਤਾ, ਜਾਤੀਵਾਦ ਜਿਹੜੀ ਹੈ ਇਹ ਭਾਰਤ ਵਾਸਤੇ ਇੱਕ ਬਹੁਤ ਵੱਡਾ ਖਤਰਾ ਹੈ। 13ਵਾਂ ਪ੍ਰਸ਼ਨ, ਭਾਰਤੀ ਲੋਕਤੰਤਰ ਦੇ ਭਵਿੱਖ ਨੂੰ ਉਜਲ ਬਣਾਉਣ ਲਈ ਸਾਨੂੰ ਕੀ ਕਰਨਾ ਪਏਗਾ? ਲੋਕਾਂ ਨੂੰ ਸਿੱਖਿਅਤ ਕਰਨਾ, ਭ੍ਰਿਸ਼ਟਾਚਾਰ ਦਾ ਖਾਤਮਾ, ਸਥਾਨਕ ਸਵੈ ਸ਼ਾਸਨ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਉਪਰੋਕਤ ਸਾਰੇ। ਸੋ ਇਹ ਸਾਰੇ ਉੱਤਰ ਨੇ ਬੱਚਿਓ, ਇਹਦਾ ਉਪਰੋਕਤ ਸਾਰੇ ਉੱਤਰ ਹੈ। 14ਵਾਂ ਪ੍ਰਸ਼ਨ, ਪੰਚਸ਼ੀਲ ਸਮਝੌਤਾ ਕਿਹੜੇ ਦੋ ਦੇਸ਼ਾਂ ਵਿਚਕਾਰ ਹੋਇਆ? ਭਾਰਤ ਅਤੇ ਚੀਨ ਵਿਚਕਾਰ ਹੋਇਆ ਪੰਚਸ਼ੀਲ ਸਮਝੌਤਾ। ਪੰਚਸ਼ੀਲ ਦਾ ਸਮਝੌਤਾ ਵਾਲਾ ਪ੍ਰਸ਼ਨ ਅਸੀਂ ਕਰ ਰਹੇ ਸੀਗੇ। ਪੰਚਸ਼ੀਲ ਸਮਝੌਤਾ ਕਿਹੜੇ ਦੋ ਦੇਸ਼ਾਂ ਵਿਚਕਾਰ ਹੋਇਆ ਸੀ? ਭਾਰਤ ਅਤੇ ਚੀਨ ਦਰਮਿਆਨ। ਇਸ ਤੋਂ ਬਾਅਦ ਭਾਰਤ ਸੰਵਿਧਾਨ ਦੀ ਕਿਹੜੀ ਧਾਰਾ ਵਿਦੇਸ਼ੀ ਨੀਤੀ ਨਾਲ ਸੰਬੰਧਿਤ ਹੈ? ਧਾਰਾ 51 ਜਿਹੜੀ ਹੈ ਉਹ ਵਿਦੇਸ਼ ਨੀਤੀ ਨਾਲ ਸੰਬੰਧਿਤ ਹੈ। 14ਵਾਂ ਪ੍ਰਸ਼ਨ, ਰਾਜ ਸੰਬੰਧੀ ਕਿਹੜਾ ਵਿਚਾਰ ਕਾਰਲ ਮਾਰਕਸ ਦਾ ਨਹੀਂ ਹੈ?
ਰਾਜ ਨੈਤਿਕ ਅਤੇ ਜ਼ਰੂਰੀ ਸੰਸਥਾ ਹੈ। ਇਹ ਇਹਦਾ ਉੱਤਰ ਸੀਗਾ। ਰਾਜ ਅਮੀਰਾਂ ਦੀ ਤੇ ਹਿੱਤਾਂ ਦੀ ਰਾਖੀ ਕਰਦਾ, ਮਾਰਕਸ ਨੇ ਇਹ ਵੀ ਕਿਹਾ ਸੀਗਾ। ਇੱਕ ਦਿਨ ਰਾਜ ਦੀ ਸੰਸਥਾ ਖਤਮ ਹੋ ਜਾਏਗੀ, ਮਾਰਕਸ ਨੇ ਇਹ ਵੀ ਕਿਹਾ ਸੀ। ਤੇ ਰਾਜ ਸ਼ਕਤੀ ਤੇ ਧਨ ਤੇ ਅਰਥ ਸੰਸਥਾ ਹੈ, ਇਹ ਵੀ ਆਧਾਰਿਤ ਸੰਸਥਾ ਹੈ, ਇਹ ਵੀ ਕਾਰਲ ਮਾਰਕਸ ਨੇ ਕਿਹਾ ਸੀ। ਸੋ ਰਾਜ ਇੱਕ ਨੈਤਿਕ ਤੇ ਜ਼ਰੂਰੀ ਸੰਸਥਾ ਹੈ, ਇਹ ਮਾਰਕਸ ਨੇ ਨਹੀਂ ਸੀ ਕਿਹਾ। ਸੋ ਇਹੋ ਇਸ ਪ੍ਰਸ਼ਨ ਦਾ ਉੱਤਰ ਹੈ। 17ਵਾਂ ਜਿਹੜਾ ਵਾ ਹੈਡਿੰਗ ਹੈਗਾ, ਭਾਰਤ ਵਿੱਚ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ? ਇਹ ਰਾਸ਼ਟਰਪਤੀ ਨਿਯੁਕਤੀ ਕਰਦਾ ਜੀ। ਨੌਕਰਸ਼ਾਹੀ ਨੂੰ ਚੰਗੇ ਕਾਰਜਾਂ ਲਈ ਪ੍ਰਸ਼ੰਸਾ ਤੇ ਮਾੜੇ ਕੰਮਾਂ ਲਈ ਨਿੰਦਾ ਨਹੀਂ ਮਿਲਦੀ। ਇਹ ਵਿਸ਼ੇਸ਼ਤਾ ਨੂੰ ਕੀ ਕਿਹਾ ਜਾਂਦਾ? ਇਸ ਵਿਸ਼ੇਸ਼ਤਾ ਨੂੰ ਗੁੰਮਨਾਮੀ ਕਿਹਾ ਜਾਂਦਾ, ਕਿ ਗੁੰਮਨਾਮ ਰਹਿ ਕੇ ਨੌਕਰਸ਼ਾਹੀ ਦੇ ਅਧਿਕਾਰੀ ਕੰਮ ਕਰਦੇ ਨੇ। 19ਵਾਂ ਪ੍ਰਸ਼ਨ ਹੈ ਜੀ, ਪੰਜਾਬ ਦੇ ਕਿਸ ਸ਼ਹਿਰ ਵਿੱਚ ਨਗਰ ਨਿਗਮ ਨਹੀਂ ਹੈ? ਰੂਪਨਗਰ ਵਿੱਚ ਨਹੀਂ ਹੈ ਜੀ। ਇੱਥੇ ਜਲੰਧਰ 'ਚ ਵੀ ਹੈ, ਅੰਮ੍ਰਿਤਸਰ 'ਚ, ਲੁਧਿਆਣੇ 'ਚ, ਲਗਭਗ 10 ਸ਼ਹਿਰਾਂ ਦੇ ਵਿੱਚ ਨਗਰ ਨਿਗਮ ਹੈ। ਭਾਰਤ ਵਿੱਚ ਕਿਹੜੀ ਦਲ ਪ੍ਰਣਾਲੀ ਹੈ? ਭਾਰਤ ਵਿੱਚ ਬਹੁ ਦਲ ਪ੍ਰਣਾਲੀ ਹੈ ਜੀ। ਚੰਗੇ ਉਦੇਸ਼ਾਂ ਦੀ ਪ੍ਰਾਪਤੀ ਲਈ ਮਹਾਤਮਾ ਗਾਂਧੀ ਜੀ ਹਿੰਸਕ ਸਾਧਨਾਂ ਦੀ ਵਰਤੋਂ ਨੂੰ ਠੀਕ ਸਮਝਦੇ ਹਨ। ਬਿਲਕੁਲ ਗਲਤ ਹੈ ਜੀ। ਉਹ ਅਹਿੰਸਕ ਸਾਧਨਾਂ 'ਚ ਵਿਸ਼ਵਾਸ ਰੱਖਦੇ, ਹਿੰਸਕ ਵਿੱਚ ਨਹੀਂ ਸੀ ਰੱਖਦੇ। ਭਾਰਤੀ ਸੰਸਦੀ ਪ੍ਰਣਾਲੀ ਅਨੁਸਾਰ ਲੋਕ ਸਭਾ ਪ੍ਰਤੀਨਿਧੀ ਸਦਨ ਨੂੰ 5 ਸਾਲ ਤੋਂ ਪਹਿਲਾਂ ਭੰਗ ਕੀਤਾ ਜਾ ਸਕਦਾ। ਬਿਲਕੁਲ ਸਹੀ ਹੈ ਜੀ, ਭੰਗ ਕੀਤਾ ਜਾ ਸਕਦਾ। ਅਗਲਾ ਜੀ, ਦਾਸ ਕੈਪੀਟਲ ਨਾਂ ਦੀ ਪੁਸਤਕ ਮਹਾਤਮਾ ਗਾਂਧੀ ਨੇ ਲਿਖੀ, ਗਲਤ ਹੈ ਜੀ, ਇਹ ਕਾਰਲ ਮਾਰਕਸ ਨੇ ਲਿਖੀ ਸੀ। ਉਦਾਰਵਾਦੀ ਵਿਚਾਰਧਾਰਾ ਦਾ ਮੁੱਖ ਸੰਬੰਧ ਜਿਹੜਾ ਇੱਥੇ ਤੁਸੀਂ ਖਾਲੀ ਥਾਂ 'ਚ ਸੁਤੰਤਰਤਾ ਭਰਿਆ ਹੋਏਗਾ ਤੇ ਬਿਲਕੁਲ ਠੀਕ ਹੋ ਜਾਏਗਾ। ਉਸ ਤੋਂ ਅੱਗੇ ਲੋਕਤੰਤਰ ਦੀ ਸਫਲਤਾ ਲਈ ਮਜ਼ਬੂਤ ਸ਼ਾਸਕ ਦਲ ਅਤੇ ਦੇ ਨਾਲ ਨਾਲ ਮਜ਼ਬੂਤ ਵਿਰੋਧੀ ਦਲ ਦਾ ਹੋਣਾ ਵੀ ਜ਼ਰੂਰੀ ਹੈ। ਬਿਲਕੁਲ ਸਹੀ ਹੈ। 26ਵਾਂ ਪ੍ਰਸ਼ਨ ਹੈ ਜੀ, ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ, ਇੱਥੇ ਨਿਕਾਸ ਭਰਨੇ ਆ ਜੀ, ਨਿਕਾਸਾਂ ਵਿੱਚ ਬਦਲਣ ਦੀ ਕਾਰਜ ਕਰਦੀ ਹੈ। 27ਵਾਂ ਪ੍ਰਸ਼ਨ, ਪੇਂਡੂ ਲੋਕਤੰਤਰ ਦੀ ਵਿਚਕਾਰਲੀ ਪੱਧਰ ਦੀ ਪੰਚਾਇਤ ਨੂੰ ਪੰਜਾਬ 'ਚ ਕੀ ਨਾਂ ਦਿੱਤਾ ਗਿਆ ਵਾ? ਇਸ ਨੂੰ ਪੰਚਾਇਤ ਸਮਿਤੀ ਦਾ ਨਾਂ ਦਿੱਤਾ ਗਿਆ ਜੀ, ਬਲਾਕ ਸਮਿਤੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਪੰਚਾਇਤ ਸਮਿਤੀ। ਅਗਲਾ ਜੀ 28ਵਾਂ ਪ੍ਰਸ਼ਨ ਹੈ, ਮੇਅਰ ਕੌਣ ਹੁੰਦਾ? ਮੇਅਰ ਜਿਹੜਾ ਵਾ ਨਗਰ ਨਿਗਮ ਦੇ ਪ੍ਰਧਾਨ ਨੂੰ, ਸ਼ਹਿਰਾਂ ਦੇ ਵਿੱਚ ਨਗਰ ਨਿਗਮ ਹੁੰਦਾ ਵੱਡੇ ਸ਼ਹਿਰਾਂ 'ਚ, ਅਤੇ ਉਹਦੇ ਪ੍ਰਧਾਨ ਨੂੰ ਜਿਹੜਾ ਵਾ MC ਵਿੱਚੋਂ ਚੁਣਿਆ ਜਾਂਦਾ ਵਾ, ਉਹਨੂੰ ਮੇਅਰ ਕਿਹਾ ਜਾਂਦਾ। 29ਵਾਂ ਪ੍ਰਸ਼ਨ ਸੌਰੀ, ਭਾਰਤੀ ਸੰਸਦੀ ਪ੍ਰਣਾਲੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ। ਜਿਹੜੀ ਭਾਰਤੀ ਸੰਸਦੀ ਪ੍ਰਣਾਲੀ ਹੈ ਉਹਦੇ 'ਚ ਸਮੂਹਕ ਜ਼ਿੰਮੇਵਾਰੀ ਹੁੰਦੀ ਹੈ, ਵਿਅਕਤੀਗਤ ਜ਼ਿੰਮੇਵਾਰੀ ਹੁੰਦੀ ਹੈ। ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ 'ਚ ਗੂੜੇ ਸੰਬੰਧ ਹੁੰਦੇ ਨੇ। ਕਾਰਜਪਾਲਿਕਾ ਦੇ ਸਾਰੇ ਮੈਂਬਰ ਵਿਧਾਨ ਪਾਲਿਕਾ 'ਚ ਲਏ ਜਾਂਦੇ ਨੇ। ਨਾਮ ਮਾਤਰ ਅਤੇ ਅਸਲੀ ਕਾਰਜਪਾਲਿਕਾ, ਸਾਰੀਆਂ ਇਹਦੀਆਂ ਇੱਕ ਇੱਕ ਵਿਸ਼ੇਸ਼ਤਾ ਹੀ ਨੇ। 30ਵਾਂ ਪ੍ਰਸ਼ਨ, ਕੋਈ ਦੋ ਰਾਸ਼ਟਰੀ ਰਾਜਨੀਤਿਕ ਦਲਾਂ ਦਾ ਨਾਂ ਲਿਖੋ। ਬਹੁਜਨ ਸਮਾਜ ਪਾਰਟੀ ਹੈ, BJP ਹੈ, CPI ਹੈ, CPIM ਹੈ, ਇੰਡੀਅਨ ਨੈਸ਼ਨਲ ਕਾਂਗਰਸ ਹੈ। ਇਹ ਸਾਰੇ ਰਾਜਨੀਤਿਕ ਦਲ ਨੇ। ਕੋਈ ਦੋ ਨਾਂ ਤੁਸੀਂ ਬੱਚੇ ਲਿਖ ਸਕਦੇ ਹੋ, ਜੇ ਲਿਖੇ ਹੋਣਗੇ ਤਾਂ ਬਹੁਤ ਵਧੀਆ ਗੱਲ ਹੈ। ਅਗਲਾ ਜੀ 2 ਨੰਬਰ ਦੇ ਪ੍ਰਸ਼ਨ ਨੇ, ਰਾਜਨੀਤਿਕ ਪ੍ਰਣਾਲੀ ਦਾ ਇੱਕ ਨਿਵੇਸ਼ ਕਾਰਜਾਂ ਦੇ ਨਾਮ ਦੱਸੋ। ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਕਾਰਜ ਕਿਹੜੇ ਨੇ ਜੀ? ਰਾਜਨੀਤਿਕ ਸਮਾਜੀਕਰਨ ਤੇ ਭਰਤੀ, ਹਿੱਤ ਸਮੂਹੀਕਰਨ, ਹਿੱਤ ਸਪਸ਼ਟੀਕਰਨ ਤੇ ਰਾਜਨੀਤਿਕ ਸੰਚਾਰ, ਇਹ ਸਾਰੇ ਨਿਵੇਸ਼ ਕਾਰਜ ਨੇ। ਉਸ ਤੋਂ ਅਗਲਾ ਪ੍ਰਸ਼ਨ ਹੈ 2 ਨੰਬਰ ਦਾ, ਨੌਕਰਸ਼ਾਹੀ ਦੇ ਸ਼ਬਦੀ ਅਰਥਾਂ ਦੀ ਵਿਆਖਿਆ ਕਰੋ। ਨੌਕਰਸ਼ਾਹੀ 2 ਸ਼ਬਦਾਂ ਦੇ ਮੇਲ ਤੋਂ ਬਣਿਆ ਵਾ। ਬਿਊਰੋਕ੍ਰੇਸੀ, ਬਿਊਰੋ ਫਰਾਂਸੀਸੀ ਭਾਸ਼ਾ ਸ਼ਬਦ ਹੈ, ਕ੍ਰੇਸੀ ਯੂਨਾਨੀ ਭਾਸ਼ਾ ਸ਼ਬਦ ਹੈ, ਜਿਹਦਾ ਅਰਥ ਹੈ ਲਿਖਣ, ਡੈਸਕ 'ਤੇ ਬੈਠ ਕੇ ਕੰਮ ਕਰਨ ਵਾਲੇ ਅਧਿਕਾਰੀ। ਸੋ ਨੌਕਰਸ਼ਾਹੀ ਉਹ ਅਧਿਕਾਰੀ ਨੇ ਜਿਹੜੇ ਡੈਸਕ 'ਤੇ ਬੈਠ ਕੇ, ਮੇਜ਼ ਚੇਅਰ 'ਤੇ ਬੈਠ ਕੇ ਕੰਮ ਕਰਦੇ ਨੇ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਨੇ। ਸਰਪੰਚ ਦੇ ਕੋਈ 2 ਕਾਰਜ ਲਿਖੋ। ਜਿਹੜਾ ਸਰਪੰਚ ਹੈ ਉਹਦਾ ਕੰਮ ਹੈ ਪਿੰਡ ਦੀਆਂ ਪੰਚਾਇਤਾਂ ਦੀ ਬੈਠਕਾਂ ਦੀ ਪ੍ਰਧਾਨਗੀ ਕਰਨਾ, ਬੈਠਕਾਂ ਬੁਲਾਉਣਾ ਪੰਚਾਇਤ ਦੀਆਂ, ਫਿਰ ਪੰਚਾਇਤ ਦੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪਿੰਡ ਦਾ ਵਿਕਾਸ ਕਰਨਾ। ਇਹ ਸਰਪੰਚ ਦੇ ਕਾਰਜ ਨੇ। ਅਗਲਾ ਪ੍ਰਸ਼ਨ ਹੈ ਜੀ 5ਵਾਂ, ਸ਼ਹਿਰੀ ਲੋਕਤੰਤਰ ਲਈ ਕਿਹੜੀ ਸੰਵਿਧਾਨਕ ਸੋਧ ਪਾਸ ਹੋਈ ਹੈ ਅਤੇ ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਸ਼ਹਿਰੀ ਲੋਕਤੰਤਰ ਦੀ ਵਿਵਸਥਾ ਕੀਤੀ ਗਈ ਹੈ? ਜਿਹੜੀ ਸੰਵਿਧਾਨਕ ਸੋਧ ਪਾਸ ਹੋਈ ਹੈ ਉਹ 74ਵੀਂ ਸੋਧ ਪਾਸ ਹੋਈ ਹੈ ਅਤੇ ਸੰਵਿਧਾਨਕ ਸੂਚੀ ਜਿਹੜੀ ਹੈ 12ਵੀਂ ਅਨੁਸੂਚੀ ਵਿੱਚ ਕਿਹਾ ਗਿਆ ਵਾ। 74ਵੀਂ ਸੋਧ ਅਤੇ 12ਵੀਂ ਅਨੁਸੂਚੀ। ਇਸ ਤੋਂ ਬਾਅਦ ਚੋਣ ਆਯੋਗ ਦੇ 2 ਕਾਰਜ। ਚੋਣ ਆਯੋਗ ਦੇ ਕਾਰਜ ਕੀ ਨੇ? ਚੋਣ ਆਯੋਗ ਦਾ ਕੰਮ ਹੈ ਚੋਣਾਂ 'ਤੇ ਨਿਯੰਤਰਣ ਰੱਖਣਾ। ਚੋਣ ਆਯੋਗ ਦਾ ਕਾਰਜ ਹੈ ਮਤਦਾਤਾ ਸੂਚੀਆਂ ਤਿਆਰ ਕਰਨਾ। ਚੋਣ ਆਯੋਗ ਦਾ ਕੰਮ ਹੈ ਚੋਣਾਂ ਕਰਵਾਉਣੀਆਂ, ਸ਼ਾਂਤੀਪੂਰਵਕ ਕਰਵਾਉਣੀਆਂ। ਇਹ ਚੋਣ ਆਯੋਗ ਦੇ ਕੰਮ ਨੇ। ਭਾਰਤੀ ਲੋਕਤੰਤਰ ਦੀਆਂ 4 ਸਮੱਸਿਆਵਾਂ ਦੱਸੋ ਜੀ। ਭਾਰਤੀ ਲੋਕਤੰਤਰ ਦੀਆਂ ਕਈ ਸਮੱਸਿਆਵਾਂ ਨੇ। ਗਰੀਬੀ ਹੈ, ਬੇਰੁਜ਼ਗਾਰੀ ਹੈ,
ਅਨਪੜ੍ਹਤਾ ਹੈ, ਭ੍ਰਿਸ਼ਟਾਚਾਰ ਹੈ, ਇਹ ਸਾਰੀ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਨੇ। ਉਸ ਤੋਂ ਅਗਲਾ ਭਾਗ ਈਡੀ 'ਚ ਆ ਜਾਓ ਜੀ। ਭਾਗ ਈਡੀ 'ਚ 4-4 ਅੰਕਾਂ ਵਾਲੇ ਪ੍ਰਸ਼ਨ ਨੇ, ਕੋਈ 4 ਪ੍ਰਸ਼ਨ ਕਰਨੇ, 6 ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਹੈ ਫੀਡਬੈਕ ਲੂਪ ਵਿਵਸਥਾ ਕੀ ਹੁੰਦੀ ਹੈ। ਅਸੀਂ ਬਹੁਤ ਵਾਰ ਕਰ ਚੁੱਕੇ ਹਾਂ। ਫੀਡਬੈਕ ਲੂਪ ਵਿਵਸਥਾ ਉਹ ਵਿਵਸਥਾ ਵਾ ਜਿਹਦੇ 'ਚ ਜਦੋਂ ਇਨਪੁੱਟ ਦੀ ਡਿਮਾਂਡ ਹੁੰਦੀ ਹੈ, ਇਨਪੁੱਟ ਹੁੰਦਾ ਤੇ ਇਨਪੁੱਟ ਤੋਂ ਬਣਦਾ ਵਾ ਆਊਟਪੁੱਟ। ਆਊਟਪੁੱਟ ਦੁਬਾਰਾ ਇਨਪੁੱਟ ਦਾ ਰੂਪ ਜਦੋਂ ਧਾਰਨ ਕਰ ਲੈਂਦਾ ਤੇ ਡੇਵਿਡ ਈਸਟ ਉਸ ਨੂੰ ਫੀਡਬੈਕ ਲੂਪ ਸਿਸਟਮ ਕਹਿੰਦਾ ਵੀ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਪਹਿਲੇ ਇਨਪੁੱਟ ਹੁੰਦਾ, ਫਿਰ ਆਊਟਪੁੱਟ ਹੁੰਦਾ ਤੇ ਉਸੇ ਆਊਟਪੁੱਟ 'ਚੋਂ ਫਿਰ ਇਨਪੁੱਟ ਬਣ ਜਾਂਦਾ। ਇਹਨੂੰ ਉਹ ਫੀਡਬੈਕ ਲੂਪ ਵਿਵਸਥਾ ਕਹਿੰਦਾ ਤੇ ਉਹਦੇ ਅਨੁਸਾਰ ਇਹ ਪ੍ਰਕਿਰਿਆ ਜਿਹੜੀ ਹੈ ਚੱਲਦੀ, ਨਿਰੰਤਰ ਚੱਲਦੀ ਰਹਿੰਦੀ ਹੈ। 9ਵਾਂ ਪ੍ਰਸ਼ਨ ਹੈ ਜੀ, ਇੱਕ ਦਲ ਦੋ ਦਲ ਪ੍ਰਣਾਲੀ ਤੇ ਦੋ ਦੇਸ਼ਾਂ ਦਾ ਨਾਂ ਦੱਸੋ। ਇੱਕ ਦਲ ਪ੍ਰਣਾਲੀ ਵਾਲਾ ਦੇਸ਼ ਹੈਗਾ ਜੀ ਚਾਈਨਾ, ਤੇ ਦੋ ਦਲ ਪ੍ਰਣਾਲੀ ਵਾਲਾ ਦੇਸ਼ ਇੰਗਲੈਂਡ ਵੀ ਹੈ ਤੇ ਅਮਰੀਕਾ ਵੀ ਹੈ, UK ਤੇ USA ਹੈ। ਇੱਕ ਦਲ ਪ੍ਰਣਾਲੀ ਦੇ ਦੋ ਦੇਸ਼ ਜਿਹੜੇ ਨੇ ਚਾਈਨਾ ਤੇ ਕਿਊਬਾ, ਤੁਸੀਂ ਲਿਖ ਸਕਦੇ ਹੋ। 10ਵਾਂ ਪ੍ਰਸ਼ਨ ਹੈ ਜੀ, ਨਵ ਉਦਾਰਵਾਦ ਦੇ 4 ਸਿਧਾਂਤ। ਨਵ ਉਦਾਰਵਾਦ ਜਿਹੜਾ ਵਾ, ਪਹਿਲੀ ਗੱਲ ਨਵ ਉਦਾਰਵਾਦ ਜਿਹੜਾ ਨਵਾਂ ਉਦਾਰਵਾਦ ਹੈ ਉਹ ਦੁਬਾਰਾ ਨਿੱਜੀਕਰਨ ਵੱਲ ਵੱਧ ਰਿਹਾ ਜੀ। ਦੂਜੀ ਗੱਲ ਹੈ ਉਹ ਵਿਸ਼ਵੀਕਰਨ ਚਾਹੁੰਦਾ ਸਾਰੇ ਸੰਸਾਰ 'ਚ। ਤੀਜੀ ਗੱਲ ਹੈ ਉਹ ਵਪਾਰ ਤੇ ਖੁੱਲ੍ਹੇ ਵਪਾਰ ਤੇ ਸੁਤੰਤਰਤਾ ਜਿਹੜੀ ਹੈ ਉਹ ਚਾਹੁੰਦਾ ਵਾ। ਸੋ ਇਸ ਕਰਕੇ ਜਿਹੜਾ ਨਵ ਉਦਾਰਵਾਦ ਹੈ ਉਹ ਪੂੰਜੀਵਾਦ ਨੂੰ ਇੱਕ ਹਿਸਾਬ ਨਾਲ ਦੁਬਾਰਾ ਉਤਸ਼ਾਹਿਤ ਕਰ ਰਿਹਾ ਤਾਂ ਕਿ ਜਿਹੜੇ ਲੋਕ ਨੇ ਸਰਕਾਰ ਦਾ ਕੰਟਰੋਲ ਜਿਹੜਾ ਨਵ ਉਦਾਰਵਾਦ ਉਹ ਘੱਟ ਕਰਨਾ ਚਾਹੁੰਦਾ। 11ਵਾਂ ਪ੍ਰਸ਼ਨ ਹੈ ਜੀ, ਗੁੱਟ ਨਿਰਲੇਪਤਾ ਤੇ ਨੋਟ ਲਿਖੋ। ਜਿਹੜੀ ਗੁੱਟ ਨਿਰਲੇਪਤਾ ਵਾ, ਗੁੱਟ ਨਿਰਲੇਪਤਾ ਤੋਂ ਭਾਵ ਹੈ ਗੁੱਟਾਂ ਤੋਂ ਵੱਖ ਰਹਿਣਾ। ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਸੰਸਾਰ 2 ਗੁੱਟਾਂ 'ਚ ਵੰਡਿਆ ਸੀਗਾ। ਇੱਕ ਗੁੱਟ ਦੀ ਅਗਵਾਈ ਜਿਹੜਾ ਵਾ ਉਹ USA ਅਮਰੀਕਾ ਕਰ ਰਿਹਾ ਸੀ, ਦੂਜੇ ਗੁੱਟ ਦੀ ਅਗਵਾਈ ਜਿਹੜਾ ਰਸ਼ੀਆ ਕਰ ਰਿਹਾ ਸੀਗਾ, ਸੋਵੀਅਤ ਯੂਨੀਅਨ ਕਰ ਰਿਹਾ ਸੀ। ਸੋ ਭਾਰਤ ਨੇ, ਆਜ਼ਾਦ ਭਾਰਤ ਨੇ ਕਿਸੇ ਵੀ ਗੁੱਟ ਵਿੱਚ ਸ਼ਾਮਲ ਹੋਣ ਤੋਂ ਮਨਾ ਕਰ ਦਿੱਤਾ ਤੇ ਪੰਡਿਤ ਜਵਾਹਰ ਲਾਲ ਨਹਿਰੂ ਹੋਣਾ, ਮਾਰਸ਼ਲ ਟੀਟੋ ਹੋਣਾ ਨਾਲ ਮਿਲ ਕੇ ਇਹਨਾਂ ਨੇ ਇੱਕ ਵੱਖਰਾ ਗੁੱਟ ਨਿਰਲੇਪਤਾ ਦੀ ਨਹਿਰ ਚਲਾਈ ਵੀ ਅਸੀਂ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਹੀਂ ਹੋਣਾ, ਦੋਵਾਂ ਗੁੱਟਾਂ ਨਾਲ ਸਾਂਝ ਰੱਖਣੀ ਹੈ ਤੇ ਦੋਵਾਂ ਗੁੱਟਾਂ ਕੋਲੋਂ ਹੀ ਅਸੀਂ ਆਪਣੇ ਦੇਸ਼ ਦੀ ਤਰੱਕੀ ਵਾਸਤੇ ਹਿੱਸਾ ਪਵਾਉਣਾ ਵਾ, ਜਾਂ ਜੋ ਵੀ ਯੋਗਦਾਨ ਅਸੀਂ ਸਹਾਇਤਾ ਲੈ ਸਕਦੇ ਹਾਂ ਦੋਵਾਂ ਦੇਸ਼ਾਂ ਕੋਲੋਂ, ਦੋਵਾਂ ਗੁੱਟਾਂ ਕੋਲੋਂ ਪ੍ਰਾਪਤ ਕਰਾਂਗੇ। ਸੋ ਇਸ ਕਰਕੇ ਭਾਰਤ ਨੇ ਗੁੱਟ ਨਿਰਲੇਪਤਾ ਦੀ ਨੀਤੀ ਅਪਣਾਈ। 12ਵਾਂ ਜਿਹੜਾ ਪ੍ਰਸ਼ਨ ਹੈਗਾ ਉਹ ਹੈ ਆਮ ਆਦਮੀ ਪਾਰਟੀ ਦੀਆਂ ਕੋਈ 4 ਨੀਤੀਆਂ ਲਿਖੋ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਦਾਰਵਾਦੀ ਨੀਤੀ ਅਪਣਾਉਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਜਿਹੜੀ ਹੈ ਇਹ ਚਾਹੁੰਦੀ ਹੈ ਵੀ ਜਿਹੜਾ ਵਾ ਜ਼ਿਆਦਾ ਤੋਂ ਜ਼ਿਆਦਾ ਸ਼ਕਤੀਆਂ ਦਾ ਵਿਕੇਂਦਰੀਕਰਨ ਹੋਏ ਤੇ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਕਤੀਆਂ ਮਿਲਣ। ਭ੍ਰਿਸ਼ਟਾਚਾਰ ਦੀ ਵਿਰੋਧੀ ਆਮ ਆਦਮੀ ਪਾਰਟੀ। ਆਮ ਆਦਮੀ ਚਾਹੁੰਦੀ ਹੈ ਵੀ ਭ੍ਰਿਸ਼ਟਾਚਾਰ ਜਿਹੜਾ ਉਹ ਖਤਮ ਹੋਣਾ ਚਾਹੀਦਾ ਤਾਂ ਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾ ਸਕੇ। ਤੁਹਾਨੂੰ ਯਾਦ ਹੋਏਗਾ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਹੀ ਜਿਹੜੀ ਹੈ ਉਹ ਸਾਹਮਣੇ ਆਈ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ VIP ਕਲਚਰ ਖਤਮ ਕਰਨਾ ਚਾਹੁੰਦੀ ਹੈ ਅਤੇ ਇਹ ਨਹੀਂ ਚਾਹੁੰਦੇ ਵੀ ਗੱਡੀਆਂ 'ਤੇ ਅਸੀਂ ਲਾਲ ਬੱਤੀਆਂ ਲਗਾਈਏ। ਖਾਨਦਾਨੀ ਰਾਜਨੀਤੀ ਦਾ ਵਿਰੋਧ ਕਰਦੀ ਆਮ ਆਦਮੀ ਪਾਰਟੀ ਅਤੇ ਸਮਾਜ ਵਿੱਚ ਸਮਾਜਿਕ ਨਿਆਂ, ਅਨੁਸੂਚਿਤ ਜਨਜਾਤੀਆਂ ਅਤੇ ਅਨੁਸੂਚਿਤ ਜਾਤੀਆਂ, ਪਛੜੀ ਸ਼੍ਰੇਣੀਆਂ ਵਾਸਤੇ ਇਹ ਵਿਸ਼ੇਸ਼ ਸਹੂਲਤਾਂ ਦੇਣਾ ਚਾਹੁੰਦੀ ਹੈ ਤਾਂ ਕਿ ਇਹ ਆਪਣਾ ਜੀਵਨ ਹੈ ਜਿਹੜਾ ਸਤਿਕਾਰ ਨਾਲ। ਹਾਂਜੀ, ਸੋ ਇਸ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਹੈ, ਆਮ ਆਦਮੀ ਪਾਰਟੀ ਦੇ ਇਹੀ ਜਿਹੜੇ ਕੰਮ ਨੇ, ਖਾਸ ਕੰਮ ਨੇ ਵੀ ਇਹ ਸਮਾਜਿਕ ਨਿਆਂ ਲਿਆਉਣਾ ਚਾਹੁੰਦੀ ਹੈ, VIP ਕਲਚਰ ਦਾ ਤਿਆਗ ਕਰਨਾ ਚਾਹੁੰਦੀ ਹੈ ਅਤੇ ਖਾਨਦਾਨੀ ਰਾਜਨੀਤੀ ਦਾ ਵਿਰੋਧ ਕਰਦੀ ਹੈ, ਇਸਤਰੀਕਰਨ ਨੂੰ ਸਸ਼ਕਤੀਕਰਨ ਕਰਨਾ ਚਾਹੁੰਦੀ ਹੈ। ਅਗਲਾ ਪ੍ਰਸ਼ਨ ਜਿਹੜਾ ਵਾ 13ਵਾਂ ਪ੍ਰਸ਼ਨ ਹੈ ਵਿਅਕਤੀਗਤ ਅਤੇ ਸਮੂਹਿਕ ਜ਼ਿੰਮੇਵਾਰੀ। ਵਿਅਕਤੀਗਤ ਜ਼ਿੰਮੇਵਾਰੀ ਦਾ ਮਤਲਬ ਇਹ ਹੈ ਵੀ ਹਰ ਇੱਕ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਹਰ ਇੱਕ ਮੰਤਰੀ ਜਿਹੜਾ ਵਾ ਆਪਣੇ ਕੰਮ ਲਈ ਖੁਦ ਜ਼ਿੰਮੇਵਾਰ ਹੁੰਦਾ ਵਾ ਅਤੇ ਜੇਕਰ ਕੋਈ ਗਲਤੀ ਹੋ ਜਾਏ ਤਾਂ ਉਹਨੂੰ ਅਸਤੀਫਾ ਦੇਣਾ ਪਏਗਾ, ਆਪਣੇ ਅਹੁਦੇ ਤੋਂ ਹੱਥ ਧੋਣੇ ਪੈਣਗੇ। ਸਮੂਹਿਕ ਜ਼ਿੰਮੇਵਾਰੀ ਦਾ ਅਰਥ ਇਹ ਹੈ ਵੀ ਇਹ ਸਮੂਹਿਕ ਤੌਰ 'ਤੇ ਸਾਰੇ ਮੰਤਰੀ ਕਹਿੰਦੇ ਨੇ ਇਹ ਇਕੱਠੇ ਤੈਰਦੇ ਅਤੇ ਇਕੱਠੇ ਡੁੱਬਦੇ ਨੇ। ਭਾਵ ਇਹ ਹੈ ਵੀ ਜੇਕਰ ਕੋਈ ਇੱਕ ਮੰਤਰੀ ਗਲਤੀ ਕਰਦਾ ਹੈ ਅਤੇ ਉਹਦੇ ਵਿਰੁੱਧ ਕੋਈ ਨਿੰਦਾ ਪ੍ਰਸਤਾਵ ਜਾਂ ਕੋਈ ਅਜਿਹਾ ਪ੍ਰਸਤਾਵ ਪਾਸ ਹੋ ਜਾਏ ਅਤੇ ਸਾਰੇ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪੈਂਦਾ, ਸਰਕਾਰ ਜਿਹੜੀ ਉਹ ਭੰਗ ਹੋ ਸਕਦੀ ਹੈ। ਸੋ ਇਸ ਕਰਕੇ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਵਿਅਕਤੀਗਤ ਅਤੇ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ ਸਾਰੇ ਮੰਤਰੀਆਂ ਦੀ।
ਨੈਕਸਟ ਕੁਐਸਚਨ ਹੈਗਾ ਜੀ, ਸੱਸਾ ਭਾਗ ਹੈ, ਪੈਰੇ ਵਾਲਾ ਪ੍ਰਸ਼ਨ ਪਹਿਲੀ ਵਾਰ ਤੁਹਾਡੇ ਸਾਹਮਣੇ ਆਇਆ। ਸੋ ਇਹ ਪੈਰਾ ਤੁਸੀਂ ਪੜ੍ਹ ਕੇ ਉੱਤਰ ਦਿੱਤਾ ਜ਼ਰੂਰ ਹੋਏਗਾ। ਸੋ ਆਪਾਂ ਕੋਸ਼ਿਸ਼ ਕਰਾਂਗੇ ਸਿੱਧਾ ਹੀ ਤੁਹਾਨੂੰ ਪ੍ਰਸ਼ਨ ਉੱਤਰਾਂ ਨਾਲ ਡੀਲ ਕਰਾਉਣ ਦੀ। ਪਹਿਲਾ ਪ੍ਰਸ਼ਨ ਸੀਗਾ, ਭਾਰਤ ਵਿੱਚ ਕਿੰਨੇ ਤਰ੍ਹਾਂ ਦੇ ਰਾਜਨੀਤਿਕ ਦਲ ਪਾਏ ਜਾਂਦੇ ਹਨ ਤੇ ਉਹਨਾਂ ਦੇ ਨਾਮ ਦੱਸੋ। ਸੋ ਇਹਦਾ ਉੱਤਰ ਤੁਸੀਂ ਬੜੇ ਆਸਾਨੀ ਨਾਲ ਲੱਭ ਸਕਦੇ ਹੋ। ਦੂਜੀ ਹੀ ਲਾਈਨ ਵਿੱਚ ਹੈਗਾ, ਭਾਰਤ ਵਿੱਚ 2 ਤਰ੍ਹਾਂ ਦੇ ਰਾਜਨੀਤਿਕ ਦਲ ਹਨ ਤੇ ਇਹਦਾ ਭਾਰਤੀ ਰਾਸ਼ਟਰੀ ਰਾਜਨੀਤਿਕ ਦਲ ਤੇ ਰਾਜ ਪੱਧਰ ਦੇ ਖੇਤਰੀ ਦਲ, 2 ਤਰ੍ਹਾਂ ਦੇ ਪੋਲੀਟੀਕਲ ਪਾਰਟੀਜ਼ ਨੇ। ਇਹਨਾਂ ਨੂੰ ਰਾਸ਼ਟਰੀ ਰਾਜਨੀਤਿਕ ਦਲ ਤੇ ਖੇਤਰੀ ਰਾਜਨੀਤਿਕ ਦਲ ਕਿਹਾ ਜਾਂਦਾ ਹੈ। ਦੂਜਾ ਪ੍ਰਸ਼ਨ ਸੀਗਾ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਤੇ ਇਸ ਦੇ ਚੋਣ ਨਿਸ਼ਾਨ ਕੀ ਹੈ। ਇਹ ਵੀ ਆਪਾਂ ਉੱਤਰੋਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਭਾਰਤੀ, ਇਹ ਦੇਖੋ ਜੀ, ਭਾਰਤ ਦਾ ਸਭ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਜਿਸ ਦਾ ਚੋਣ ਨਿਸ਼ਾਨ ਹੱਥ ਹੈ, ਭਾਰਤ ਦਾ ਸਭ ਤੋਂ ਪੁਰਾਣਾ ਦਲ ਹੈ ਤੇ 1885 ਵਿੱਚ ਹੋਂਦ ਵਿੱਚ ਆਇਆ। ਸੋ ਦੂਜੇ ਪ੍ਰਸ਼ਨ ਦਾ ਉੱਤਰ ਕੀ ਮਿਲਿਆ ਜੀ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 'ਚ ਹੋਈ ਤੇ ਇਹਦਾ ਚੋਣ ਨਿਸ਼ਾਨ ਹੱਥ ਹੈ। ਤੀਜਾ ਪ੍ਰਸ਼ਨ ਜਿਹੜਾ ਵਾ, ਮਾਰਕਸਵਾਦੀ ਵਿਚਾਰਧਾਰਾ ਤੇ ਆਧਾਰਿਤ ਭਾਰਤ ਦੀਆਂ ਰਾਸ਼ਟਰੀ ਪਾਰਟੀਆਂ। ਇਹ ਜੀ CPI ਤੇ CPIM ਹੈ, ਦੇਖੋ ਦੱਸਿਆ ਹੋਇਆ ਬੜਾ ਸਾਫ਼। ਕਮਿਊਨਿਸਟ ਪਾਰਟੀ ਆਫ ਇੰਡੀਆ ਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਵੀ ਰਾਸ਼ਟਰੀ ਦਲ ਦੇ ਰੂਪ ਵਿੱਚ ਹਨ। ਇਹ 2 ਪਾਰਟੀਆਂ ਨੈਸ਼ਨਲ ਪਾਰਟੀਆਂ ਹੋ ਗਈਆਂ ਜੋ ਕਿ ਕਾਰਲ ਮਾਰਕਸ ਦੀ ਰੂਸੀ ਵਿਚਾਰਧਾਰਾ ਨੂੰ ਲੈ ਕੇ ਚੱਲਦੀਆਂ ਹਨ। ਠੀਕ ਹੈ ਜੀ। ਸੋ ਇਹ ਸਾਡੇ ਤੀਜੇ ਪ੍ਰਸ਼ਨ ਦਾ ਉੱਤਰ ਸੀਗਾ। ਚੌਥਾ ਪ੍ਰਸ਼ਨ, BJP ਦੇ ਨਾਲ ਮੈਚ ਕਰਨਾ ਵਾ। ਇਹ ਦੇਖੋ ਤੁਸੀਂ ਇੱਕ ਪੈਰਾ ਪੜ੍ਹ ਕੇ ਆਖਰੀ ਜਿਹੜੀਆਂ 2 ਲਾਈਨਾਂ ਬਚ ਗਈਆਂ ਉਹਦੇ 'ਚ ਕੀ ਲਿਖਿਆ, ਅੱਜ ਭਾਰਤ ਵਿੱਚ 7 ਰਾਸ਼ਟਰੀ ਰਾਜਨੀਤਿਕ ਦਲ ਹਨ ਤੇ 17ਵੀਂ ਲੋਕ ਸਭਾ ਤੋਂ ਬਾਅਦ ਕੁਝ ਰਾਸ਼ਟਰੀ ਰਾਜਨੀਤਿਕ ਦਲ ਬਹੁਤ ਹੀ ਘੱਟ ਸੀਟਾਂ ਪ੍ਰਾਪਤ ਕਰ ਸਕੇ ਤੇ ਚੋਣ ਆਯੋਗ ਵੱਲੋਂ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ। ਪਰ ਇਸ ਤੋਂ ਇਹ ਮੁਨਕਰ ਨਹੀਂ ਕੀਤਾ ਜਾ ਸਕਦਾ ਕਿ ਭਾਰਤੀ ਲੋਕਤੰਤਰ ਵਿੱਚ ਰਾਸ਼ਟਰੀ ਰਾਜਨੀਤਿਕ ਦਲਾਂ ਦੀ ਮਹੱਤਤਾ ਦਾ ਯੋਗਦਾਨ ਘੱਟ ਹੈ। ਠੀਕ ਹੈ, ਬਹੁਤ ਯੋਗਦਾਨ ਹੈ। ਸੋ BJP ਦਾ ਚੋਣ ਨਿਸ਼ਾਨ ਕੀ ਹੈ ਜੀ, ਕਮਲ ਦਾ ਫੁੱਲ। ਇਹਦੇ ਨਾਲ ਮੈਚਿੰਗ ਕਰਨੀ ਸੀ। ਚੋਣ ਆਯੋਗ ਕੀ ਕਰਦਾ ਜੀ, ਦਲਾਂ ਨੂੰ ਮਾਨਤਾ ਦਿੰਦਾ। 17ਵੀਂ ਲੋਕ ਸਭਾ 2019 'ਚ ਹੋਈ ਤੇ ਰਾਸ਼ਟਰੀ ਦਲ ਕਿੰਨੇ ਨੇ ਹੁਣ, 7। ਸੋ ਇੱਦਾਂ ਇਹਨਾਂ ਦੀ ਮੈਚਿੰਗ ਤੁਸੀਂ ਕਰ ਲੈਣੀ ਹੈ, ਪੇਪਰ 'ਚ ਕੀਤੀ ਵੀ ਹੋਏਗੀ। ਮਹਾਤਮਾ ਗਾਂਧੀ ਜੀ ਦੇ ਸੱਤਿਆਗ੍ਰਹਿ ਤੋਂ ਕੀ ਭਾਵ ਹੈ, ਤੇ ਸੱਤਿਆਗ੍ਰਹਿ ਦੀਆਂ 4 ਵਿਧੀਆਂ। ਸੱਤਿਆਗ੍ਰਹਿ ਤੋਂ ਭਾਵ ਆਪਣੇ ਆਪ ਨੂੰ ਕਸ਼ਟ ਦੇਣਾ ਵਾ ਤੇ ਸੱਚ 'ਤੇ ਡਟੇ ਰਹਿਣਾ ਹੈ। ਇਹਦੀਆਂ 4 ਵਿਧੀਆਂ ਜਿਹੜੀਆਂ ਨੇ, ਬਹੁਤ ਸਾਰੀਆਂ ਵਿਧੀਆਂ ਨੇ ਸੱਤਿਆਗ੍ਰਹਿ ਦੀਆਂ, ਜਿਵੇਂ ਹੜਤਾਲ ਹੈ, ਵਰਤ ਹੈ, ਹਿਜਰਤ ਹੈ, ਨਾ ਮਿਲਵਰਤਨ ਹੈ। ਇਹ ਸਾਰੀਆਂ ਸੱਤਿਆਗ੍ਰਹਿ ਦੀਆਂ ਵਿਧੀਆਂ ਨੇ ਤੇ ਇਹਨਾਂ ਨੂੰ ਗਾਂਧੀ ਜੀ ਨੇ ਡਿਟੇਲ 'ਚ ਦੱਸਿਆ ਵੀ ਕਿਵੇਂ ਇਹਨਾਂ ਨੂੰ ਆਪਾਂ ਧਾਰਨ ਕਰ ਸਕਦੇ ਹਾਂ ਤੇ ਕਿਵੇਂ ਆਪਾਂ ਜਿਹੜਾ ਜ਼ਾਲਮ ਦਾ ਮਨ ਬਦਲਣ ਦੀ ਕੋਸ਼ਿਸ਼ ਕਰਨੀ ਹੈ ਤੇ ਆਪਣੇ ਆਪ ਨੂੰ ਕਸ਼ਟ ਦੇ ਕੇ ਤੇ ਜਿਹੜਾ ਬੁਰਾ ਸ਼ਾਸਕ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ। ਇਸ ਤੋਂ ਨਾਲ ਹੀ ਜਾਂ ਵਾਲਾ ਪ੍ਰਸ਼ਨ ਹੈਗਾ, ਨੌਕਰਸ਼ਾਹੀ ਦੀਆਂ 6 ਵਿਸ਼ੇਸ਼ਤਾਵਾਂ। ਨੌਕਰਸ਼ਾਹੀ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ, ਨੌਕਰਸ਼ਾਹੀ ਜਿਹੜੀ ਹੈ ਇਹ ਨਿਪੁੰਨ ਵਰਗ ਹੁੰਦਾ ਵਾ। ਨੌਕਰਸ਼ਾਹੀ ਇੱਕ ਨਿਪੁੰਨ ਵਰਗ ਹੈ। ਨੌਕਰਸ਼ਾਹੀ ਦੀ ਭਰਤੀ ਜਿਹੜੀ ਹੈ ਉਹ ਪ੍ਰੀਖਿਆ ਦੇ ਆਧਾਰ 'ਤੇ ਹੋ ਸਕਦੀ ਹੈ। ਉਸ ਤੋਂ ਬਾਅਦ ਜਿਹੜੀ ਨੌਕਰਸ਼ਾਹੀ ਹੈ ਇਹਦਾ ਕਾਰਜਕਾਲ ਨਿਸ਼ਚਿਤ ਹੁੰਦਾ ਵਾ, ਭਾਵ 58 ਜਾਂ 60 ਸਾਲ ਦੀ ਉਮਰ ਤੱਕ ਇਹ ਆਪਣੇ ਅਹੁਦੇ 'ਤੇ ਰਹਿੰਦੇ ਨੇ। ਨੌਕਰਸ਼ਾਹੀ ਦੇ ਜਿਹੜੀ ਜਨਤਾ ਅਤੇ ਸਰਕਾਰ ਦੇ ਵਿਚਕਾਰ ਕੜੀ ਦਾ ਕੰਮ ਕਰਦੇ ਨੇ ਨੌਕਰਸ਼ਾਹੀ ਦੇ ਅਧਿਕਾਰੀ, ਅਤੇ ਨੀਤੀਆਂ ਨੂੰ ਲਾਗੂ ਕਰਨ ਵਿੱਚ ਇਹਨਾਂ ਦਾ ਅਹਿਮ ਰੋਲ ਹੁੰਦਾ। ਇਸੇ ਕਰਕੇ ਨੌਕਰਸ਼ਾਹੀ ਨੂੰ ਰੀੜ੍ਹ ਦੀ ਹੱਡੀ ਕਿਹਾ ਜਾਂਦਾ। ਸੋ ਇੱਦਾਂ ਤੁਸੀਂ ਇਹਦਾ 6 ਨੰਬਰ ਦਾ ਉੱਤਰ ਜਿਹੜਾ ਬਣਾ ਸਕਦੇ ਹੋ। 150 ਸ਼ਬਦਾਂ 'ਚ ਆਨਸਰ ਦੇਣਾ ਹੁੰਦਾ, ਤੁਸੀਂ ਜ਼ਰੂਰ ਦਿੱਤਾ ਹੋਏਗਾ ਵਿਦਿਆਰਥੀਓ। 16ਵਾਂ ਪ੍ਰਸ਼ਨ ਜਿਹੜਾ ਚੋਣ ਪ੍ਰਕਿਰਿਆ ਤੋਂ ਕੀ ਭਾਵ ਹੈ। ਚੋਣ ਪ੍ਰਕਿਰਿਆ ਇਲੈਕਸ਼ਨ ਪ੍ਰੋਸੈਸ ਹੈ ਅਤੇ ਚੋਣ ਪ੍ਰਕਿਰਿਆ ਦੇ 4 ਪੜਾਅ। ਇਲੈਕਸ਼ਨ ਪ੍ਰੋਸੈਸ ਹੈ ਵੀ ਜਿਹੜਾ ਚੋਣ ਪ੍ਰਕਿਰਿਆ ਜਦੋਂ ਚੋਣਾਂ ਹੁੰਦੀਆਂ ਨੇ ਅਤੇ ਕਿਹੜਾ ਢੰਗ ਕਿੱਦਾਂ ਇਹ ਜਿਹੜਾ ਕੰਮ ਅੱਗੇ ਵੱਧਦਾ ਵਾ। ਜਦੋਂ ਚੋਣਾਂ ਹੁੰਦੀਆਂ ਨੇ ਸਭ ਤੋਂ ਪਹਿਲੇ ਚੋਣ ਖੇਤਰ ਨਿਸ਼ਚਿਤ ਕੀਤਾ ਜਾਂਦਾ ਵਾ, ਹੱਦਬੰਦੀ ਕੀਤੀ ਜਾਂਦੀ ਹੈ। ਫਿਰ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਂਦਾ ਵਾ। ਉਸ ਤੋਂ ਪਹਿਲਾਂ ਹੀ ਈਵਨ ਹੱਦਬੰਦੀ ਦੇ ਨਾਲ ਹੀ ਹਰ ਸਾਲ ਵੈਸੇ ਚੋਣਾਂ ਦੀ ਸੁਧਾਈ ਦਾ ਕੰਮ ਹੁੰਦਾ ਹੈ। ਨਵੀਆਂ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਨੇ, ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ BLO ਜਿਹੜਾ ਵਾ
ਨਵੇਂ ਨਾਂ ਐਂਟਰ ਕਰਦਾ ਵਾ, ਅਤੇ ਜਿਹੜਾ ਕੋਈ ਐਕਸਪਾਇਰ ਹੋ ਗਿਆ ਹੋਏ ਇਸੇ ਸਮੇਂ ਦਰਮਿਆਨ, ਜਾਂ ਕੋਈ ਲੜਕੀ ਦੂਜੇ ਥਾਂ ਵਿਆਹੀ ਗਈ, ਜਾਂ ਕੋਈ ਪਰਿਵਾਰ ਸ਼ਿਫਟ ਹੋ ਗਿਆ, ਅਤੇ ਉਹਨਾਂ ਦੀਆਂ ਵੋਟਾਂ ਕੱਟੀਆਂ ਵੀ ਜਾਂਦੀਆਂ ਨੇ। ਸੋ ਇਹ ਦੂਜਾ ਪ੍ਰੋਸੈਸ ਹੁੰਦਾ। ਪਹਿਲਾ ਪ੍ਰੋਸੈਸ ਹੱਦਬੰਦੀ, ਦੂਜਾ ਪ੍ਰੋਸੈਸ ਹੈ ਵੋਟਰਾਂ ਦੀ ਸੁਧਾਈ ਦਾ ਕੰਮ, ਵੋਟਰ ਲਿਸਟ ਦੀ ਸੁਧਾਈ ਦਾ ਕੰਮ, ਅਤੇ ਵੋਟਰ ਲਿਸਟ ਬਣਾਉਣਾ। ਤੀਜਾ ਕੰਮ ਹੁੰਦਾ ਚੋਣਾਂ ਦੀ ਤਰੀਕ ਦਾ ਐਲਾਨ ਕਰਨਾ। ਚੌਥਾ ਕੰਮ ਹੈ ਚੋਣਾਂ ਕਰਵਾਉਣਾ, ਫਿਰ ਉਹਦੇ ਵਾਸਤੇ ਅਮਲੇ ਨੂੰ ਦਾ ਨਿਰਮਾਣ ਕਰਨਾ। ਚੋਣਾਂ ਕਰਵਾਈਆਂ ਜਾਂਦੀਆਂ ਨੇ, ਫਿਰ ਚੋਣਾਂ ਦੇ ਜਿਹੜੀਆਂ ਵੋਟਿੰਗ ਕਾਊਂਟਿੰਗ ਕਰਾਈ ਜਾਂਦੀ ਹੈ, ਫਿਰ ਚੋਣਾਂ ਦਾ ਨਤੀਜਾ ਐਲਾਨ ਕੀਤਾ ਜਾਂਦਾ ਵਾ। ਇਸ ਤਰ੍ਹਾਂ ਇਹ ਪੜਾਅ ਨੇ ਜਿਹੜੇ ਚੋਣ ਪ੍ਰਕਿਰਿਆ ਦੇ ਸਾਰੇ ਪੜਾਅ ਨੇ। 6 ਨੰਬਰ ਦਾ ਕੁਐਸਚਨ ਲਾਸਟਲੀ ਹੈਗਾ ਵਾ ਵਿਦੇਸ਼ ਨੀਤੀ ਤੋਂ ਕੀ ਭਾਵ। ਜਿਹੜੀ ਵਿਦੇਸ਼ ਵਿਦੇਸ਼ ਨੀਤੀ ਹੈ, ਵਿਦੇਸ਼ ਨੀਤੀ ਜਿਹੜੀ ਹੈ ਉਹ ਨੀਤੀ ਹੈ ਜਿਹੜੀ ਅਸੀਂ ਇੱਕ ਦੇਸ਼ ਦੂਜੇ ਦੇਸ਼ ਨਾਲ ਜਿਹੜੀ ਸੰਬੰਧ ਬਣਾਉਣ ਲੱਗਿਆਂ ਕਰਦਾ ਵਾ। ਸਭ ਤੋਂ ਮੇਨ ਵਿਦੇਸ਼ ਨੀਤੀ ਦਾ ਜਿਹੜਾ ਕਾਰਕ ਹੁੰਦਾ ਵਾ ਉਹ ਹੁੰਦਾ ਵਾ ਰਾਸ਼ਟਰੀ ਹਿੱਤ। ਰਾਸ਼ਟਰੀ ਹਿੱਤ ਨੂੰ ਧਿਆਨ 'ਚ ਰੱਖ ਕੇ ਜਿਹੜੀ ਪਾਲਿਸੀ ਬਣਾਈ ਜਾਂਦੀ ਹੈ, ਦੂਜੇ ਦੇਸ਼ਾਂ ਨਾਲ ਸੰਬੰਧ ਬਣਾਉਣ ਦੀ ਨੀਤੀ ਜਿਹੜੀ ਬਣਾਈ ਜਾਂਦੀ ਹੈ, ਉਸ ਨੂੰ ਵਿਦੇਸ਼ ਨੀਤੀ ਕਿਹਾ ਜਾਂਦਾ ਵਾ। ਸੋ ਭਾਰਤ ਦੀ ਵਿਦੇਸ਼ ਨੀਤੀ ਦੇ 4 ਸਿਧਾਂਤਾਂ ਵਿੱਚ ਸਭ ਤੋਂ ਪਹਿਲੇ ਸਿਧਾਂਤ ਹੈਗਾ ਗੁੱਟ ਨਿਰਲੇਪਤਾ ਦਾ। ਭਾਰਤ ਨੇ ਗੁੱਟ ਨਿਰਲੇਪਤਾ ਦੀ ਨੀਤੀ ਅਪਣਾਈ। ਸੰਸਾਰ 2 ਗੁੱਟਾਂ 'ਚ ਵੰਡਿਆ ਸੀ ਜਦੋਂ ਭਾਰਤ ਆਜ਼ਾਦ ਹੋਇਆ ਸੀ। ਭਾਰਤ ਨੇ ਅਜਿਹੀ ਨੀਤੀ ਅਪਣਾਈ ਵੀ ਦੋਵਾਂ ਹੀ ਗੁੱਟਾਂ ਵਿੱਚ ਇੱਕ ਗੁੱਟ ਦੀ ਅਗਵਾਈ USA ਕਰ ਰਿਹਾ ਸੀ, ਅਮਰੀਕਾ ਕਰ ਰਿਹਾ ਸੀ, ਦੂਜੇ ਗੁੱਟ ਦੀ ਅਗਵਾਈ ਸੋਵੀਅਤ ਯੂਨੀਅਨ ਕਰ ਰਿਹਾ ਸੀ, ਜਿਹੜਾ ਅੱਜ ਕੱਲ੍ਹ ਰਸ਼ੀਆ ਜਿਹਦਾ ਨਾਂ ਹੈ। ਸੋ ਭਾਰਤ ਨੇ ਇਹ ਕਿਹਾ ਵੀ ਅਸੀਂ ਕਿਸੇ ਵੀ ਦੋਵਾਂ ਗੁੱਟਾਂ 'ਚ ਸ਼ਾਮਲ ਨਹੀਂ ਹੋਣਾ, ਕਿਉਂਕਿ ਦੋਵੇਂ ਸੈਨਿਕ ਗੁੱਟ ਸਨ ਅਤੇ ਇੱਕ ਦੂਜੇ ਦੇਸ਼ ਵਿਰੁੱਧ ਯੁੱਧ ਜਾਂ ਸ਼ੀਤ ਯੁੱਧ ਜਿਹੜਾ ਵਾ ਠੰਡਾ ਯੁੱਧ ਉਹ ਜਾਰੀ ਰੱਖਦੇ ਸਨ। ਭਾਰਤ ਨੇ ਇਹਨਾਂ 'ਚ ਸ਼ਾਮਲ ਨਹੀਂ ਹੋਇਆ ਅਤੇ ਗੁੱਟ ਨਿਰਲੇਪਤਾ ਦੀ ਨੀਤੀ ਅਪਣਾਈ। ਇਹ ਸਾਡੀ ਪਹਿਲੀ ਨੀਤੀ ਸੀ। ਦੂਜੀ ਸਾਡੀ ਪਰਮਾਣੂ ਨੀਤੀ ਸੀ ਵੀ ਅਸੀਂ ਪਰਮਾਣੂ ਹਥਿਆਰ ਸਮਝੌਤੇ 'ਤੇ ਸਾਈਨ ਨਹੀਂ ਕੀਤੇ, CTBT 'ਤੇ ਸਾਈਨ ਨਹੀਂ ਕੀਤੇ। ਸਗੋਂ ਭਾਰਤ ਨੇ ਆਪਣਾ ਪਰਮਾਣੂ ਤਜਰਬਾ 1974 ਵਿੱਚ ਕੀਤਾ, ਫਿਰ 1998 'ਚ ਪਰਮਾਣੂ ਤਜਰਬਾ ਕੀਤਾ, ਅਤੇ ਨਾਲ ਹੀ ਇਹ ਕਿਹਾ ਵੀ ਸਾਡੀ ਪਰਮਾਣੂ ਨੀਤੀ ਜਿਹੜੀ ਹੈ ਉਹ ਸ਼ਾਂਤੀ ਦੀ ਵਰਤੋਂ ਵਾਸਤੇ ਹੈ। ਅਸੀਂ ਸ਼ਾਂਤੀ ਦੀ ਵਰਤੋਂ ਵਾਸਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਜਿਹੜੀ ਹੈ ਪਰਮਾਣੂ ਸ਼ਕਤੀ ਦੀ ਵਰਤੋਂ ਕਰਾਂਗੇ। ਉਸ ਤੋਂ ਬਾਅਦ ਤੀਜੀ ਜਿਹੜੀ ਹੈ ਸਾਡੀ ਵਿਦੇਸ਼ ਨੀਤੀ ਦਾ ਸਿਧਾਂਤ ਇਹ ਰਿਹਾ ਵਾ ਵੀ ਅਸੀਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਹਿਯੋਗ ਵਿੱਚ ਹਮੇਸ਼ਾ ਸਹਿਯੋਗ ਕੀਤਾ ਵਾ, ਅਤੇ ਅਸੀਂ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਸੰਯੁਕਤ ਰਾਸ਼ਟਰ ਦੀਆਂ ਜਿੱਥੇ ਵੀ ਸ਼ਾਂਤੀ ਵਾਸਤੇ ਸ਼ਾਂਤੀ ਸੈਨਾਵਾਂ ਗਈਆਂ ਨੇ, ਭਾਰਤ ਨੇ ਉਹਨਾਂ ਦਾ ਸਹਿਯੋਗ ਕੀਤਾ ਅਤੇ ਸਪੋਰਟ ਵੀ ਕੀਤੀ ਹੈ। ਚੌਥਾ ਤੁਸੀਂ ਇਹ ਵਿਦਿਆਰਥੀਓ ਦੱਸ ਸਕਦੇ ਹੋ ਵੀ ਭਾਰਤ ਦੀ ਵਿਦੇਸ਼ ਨੀਤੀ ਵਿੱਚ ਭਾਰਤ ਨੇ ਹਮੇਸ਼ਾ ਹੀ ਉਪਨਿਵੇਸ਼ਵਾਦ, ਸਾਮਰਾਜਵਾਦ ਦਾ ਵਿਰੋਧ ਕੀਤਾ ਹੈ। ਫਿਰ ਭਾਰਤ ਨੇ ਨਸਲਵਾਦ ਦਾ ਹਮੇਸ਼ਾ ਵਿਰੋਧ ਕੀਤਾ ਹੈ। ਭਾਰਤ ਜਿਹੜਾ ਵਾ ਉਹ ਅੰਤਰਰਾਸ਼ਟਰੀ ਪੱਧਰ 'ਤੇ ਆਤੰਕਵਾਦ ਦਾ ਵਿਰੋਧ ਕਰਦਾ ਆਇਆ ਵਾ। ਇਹ ਵੀ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮੁੱਖ ਅੰਗ ਰਿਹਾ ਵਾ ਵੀ ਭਾਰਤ ਨੇ ਹਮੇਸ਼ਾ ਆਤੰਕਵਾਦ ਦਾ ਜਿਹੜਾ ਵਾ ਅੰਤਰਰਾਸ਼ਟਰੀ ਪੱਧਰ ਦੇ ਮੰਚਾਂ 'ਤੇ ਭਾਰਤ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ। ਸੋ ਭਾਰਤ ਜਿਹੜਾ ਵਾ ਅਜਿਹੀਆਂ ਚੀਜ਼ਾਂ ਨੂੰ ਪਸੰਦ ਬਿਲਕੁਲ ਨਹੀਂ ਕਰਦਾ। ਸੋ ਇਹ ਭਾਰਤ ਦੀ ਵਿਦੇਸ਼ ਨੀਤੀ ਦਾ ਸੰਬੰਧ ਸੀਗਾ। ਸੋ ਪਿਆਰੇ ਵਿਦਿਆਰਥੀਓ, ਮੈਂ ਕੋਸ਼ਿਸ਼ ਕੀਤੀ ਹੈ +2 ਪੋਲੀਟੀਕਲ ਸਾਇੰਸ ਦੇ ਪੇਪਰ ਨੂੰ ਸੋਲਿਊਸ਼ਨ ਅਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪੇਪਰ ਸਿਰਫ ਇੱਥੋਂ ਤੱਕ ਹੀ ਨਹੀਂ ਹੈ, ਫਾਈਨਲ ਐਗਜ਼ਾਮੀਨੇਸ਼ਨ ਤੱਕ ਵੀ ਤੁਹਾਨੂੰ ਇਹ ਪੇਪਰ ਜਿਹੜਾ ਇਹ ਦੁਬਾਰਾ ਪੜ੍ਹਨਾ ਚਾਹੀਦਾ ਵਾ। ਤੁਹਾਨੂੰ ਕਈ ਪ੍ਰਸ਼ਨ ਇਹਦੇ ਵਿੱਚੋਂ ਵੀ ਮਿਲ ਸਕਦੇ ਨੇ, ਹੱਲ ਮਿਲ ਸਕਦੇ ਨੇ। ਸੋ ਇਸੇ ਕਰਕੇ ਮੈਨੂੰ ਲੱਗਾ ਕਿ ਤੁਹਾਨੂੰ ਇਹ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣੇ ਸਹੀ ਉੱਤਰਾਂ ਦਾ ਮਿਲਾਨ ਕਰ ਸਕੋ ਅਤੇ ਅੱਗੇ ਵਾਸਤੇ ਵੀ ਸਹੀ ਉੱਤਰ ਲਿਖਣ ਦੀ ਕੋਸ਼ਿਸ਼ ਕਰੋ। ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ, ਪਸੰਦ ਆਈ ਹੈ, ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਅਤੇ ਮੇਰੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜੇਕਰ ਚੰਗੀ ਲੱਗਾ ਤਾਂ ਕੌਨਸੈਪਟ ਗੁਰੂ AK ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਆਈਕਨ ਦਬਾਓ ਤਾਂ ਕਿ ਆਉਣ ਵਾਲੇ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ। ਥੈਂਕ ਯੂ।